ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਮੀਨਾ ਹੈ। ਮੇਰੀ ਕਹਾਣੀ ਦੁੱਖਾਂ ਨਾਲ ਭਰੀ ਹੋਈ ਹੈ। ਰੱਬ ਨਾ ਕਰੇ ਕਿਸੇ ਨਾਲ ਵੀ ਅਜਿਹਾ ਹੋਵੇ ਜਿਵੇਂ ਮੇਰੇ ਨਾਲ ਹੋਇਆ ਹੈ। ਮੈਂ 45 ਸਾਲ ਦੀ ਔਰਤ ਹਾਂ। ਮੇਰਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਸੀ। ਵਿਆਹ ਦੇ 9 ਸਾਲ ਬਾਅਦ ਹੀ ਮੇਰਾ ਪਤੀ ਮੈਨੂੰ ਛੱਡ ਕੇ ਇਸ ਦੁਨੀਆ ਤੋਂ ਚਲਿਆ ਗਿਆ। ਮੇਰਾ ਇੱਕ ਦਿਓਰ ਹੈ ਜਿਸ ਦਾ ਨਾਮ ਸ਼ਨੀ ਹੈ। ਜਦੋਂ ਮੈਂ ਵਿਆਹ ਕਰਵਾ ਕੇ ਆਪਣੇ ਸਹੁਰੇ ਘਰ ਆਈ ਤਾਂ ਮੇਰੇ ਸਹੁਰੇ ਘਰ ਮੇਰੇ ਪਤੀ ਤੇ ਦਿਓਰ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਪਰ ਉਦੋਂ ਮੇਰੇ ਪਤੀ ਨੇ ਵੀ ਮੈਨੂੰ ਇਕੱਲਾ ਛੱਡ ਦਿੱਤਾ। ਮੈਂ ਆਪਣੇ ਦਿਓਰ ਦੇ ਸਹਾਰੇ ਹੀ ਗੁਜ਼ਾਰਾ ਕਰ ਰਹੀ ਸੀ। ਸ਼ਨੀ ਨੂੰ ਮੈਂ ਆਪਣੇ ਪੁੱਤ ਵਾਂਗ ਹੀ ਰੱਖਿਆ ਸੀ। ਮੈਂ ਆਪਣੇ ਦਿਓਰ ਨੂੰ ਬਹੁਤ ਪਿਆਰ ਕਰਦੀ ਸੀ। ਕੁਝ ਹੀ ਸਮੇਂ ਵਿੱਚ ਮੇਰਾ ਦਿਓਰ ਜਵਾਨ ਹੋ ਗਿਆ ਤੇ ਵਿਆਹ ਦੀ ਉਮਰ ਵਿੱਚ ਪਹੁੰਚ ਗਿਆ। ਮੈਂ ਹੁਣ ਉਸ ਦਾ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ। ਵੈਸੇ ਵੀ ਮੈਂ ਇਕੱਲੀ ਸੀ, ਸਾਰੇ ਘਰ ਦਾ ਬੋਝ ਮੇਰੇ ਉੱਤੇ ਹੀ ਸੀ। ਮੈਂ ਆਪਣੇ ਦਿਓਰ ਨੂੰ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਤੇਰਾ ਹੁਣ ਵਿਆਹ ਹੋ ਜਾਵੇ, ਪਰ ਮੇਰੇ ਦਿਓਰ ਦੀ ਇੱਛਾ ਵੀ ਬੜੀ ਅਜੀਬ ਸੀ। ਉਹ ਇੱਕ ਗੂੰਗੀ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ, ਪਰ ਇਹ ਅਸੰਭਵ ਸੀ। ਮੇਰਾ ਦਿਓਰ ਬਹੁਤ ਸੋਹਣਾ, ਮਿਹਨਤੀ ਅਤੇ ਸਧਾਰਨ ਸੁਭਾਅ ਦਾ ਮੁੰਡਾ ਸੀ। ਮੈਂ ਹੁਣ ਆਪਣੇ ਦਿਓਰ ਦੀ ਜਿੱਦ ਤੋਂ ਤੰਗ ਆ ਗਈ ਸੀ। ਜਦੋਂ ਵੀ ਮੈਂ ਉਸ ਨੂੰ ਕਿਹਾ ਕਿ ਮੈਂ ਉਸਦੇ ਵਿਆਹ ਲਈ ਇੱਕ ਬਹੁਤ ਸੁੰਦਰ ਕੁੜੀ ਲੱਭ ਰਹੀ ਹਾਂ ਤਾਂ ਮੇਰਾ ਦਿਓਰ ਮੇਰੀ ਗੱਲ ਸੁਣਦਾ ਅਤੇ ਕਹਿੰਦਾ ਕਿ ਮੈਨੂੰ ਸੁੰਦਰ ਕੁੜੀ ਨਹੀਂ ਚਾਹੀਦੀ, ਮੈਨੂੰ ਇੱਕ ਗੂੰਗੀ ਕੁੜੀ ਚਾਹੀਦੀ ਹੈ। ਮੈਂ ਸਿਰਫ ਇੱਕ ਗੂੰਗੀ ਕੁੜੀ ਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਹਾਂ। ਮੈਂ ਸੋਚਿਆ ਸ਼ਾਇਦ ਮੇਰਾ ਦਿਓਰ ਮੇਰੇ ਨਾਲ ਮਜ਼ਾਕ ਕਰ ਰਿਹਾ ਹੈ, ਇਸ ਲਈ ਮੈਂ ਉਸ ਦੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ। ਮੈਨੂੰ ਇੱਕ ਕੁੜੀ ਪਸੰਦ ਸੀ, ਪਰ ਜਦੋਂ ਮੈਂ ਉਸ ਨੂੰ ਕੁੜੀ ਦੀ ਤਸਵੀਰ ਦਿਖਾਈ ਤਾਂ ਉਹ ਕਹਿਣ ਲੱਗਾ, ਭਾਬੀ ਇਹ ਕੁੜੀ ਗੂੰਗੀ ਆ। ਮੈਂ ਉਸ ਦੀ ਇਹ ਗੱਲ ਸੁਣ ਕੇ ਬਹੁਤ ਹੱਸੀ ਅਤੇ ਕਿਹਾ, ਨਹੀਂ ਸ਼ਨੀ, ਇਹ ਕੁੜੀ ਬਹੁਤ ਪਿਆਰੀ ਹੈ, ਇਸ ਦੀ ਆਵਾਜ਼ ਬਿਲਕੁਲ ਕੋਇਲ ਵਰਗੀ ਹੈ। ਤਾਂ ਮੇਰਾ ਦਿਓਰ ਅਚਾਨਕ ਗੁੱਸੇ ਵਿੱਚ ਆ ਗਿਆ ਅਤੇ ਗੁੱਸੇ ਵਿੱਚ ਬੋਲਿਆ, ਭਾਬੀ ਮੇਰਾ ਅਤੇ ਆਪਣਾ ਸਮਾਂ ਬਰਬਾਦ ਨਾ ਕਰੋ। ਜਦੋਂ ਮੈਂ ਤੁਹਾਨੂੰ ਕਿਹਾ ਕਿ ਮੈਂ ਸਿਰਫ ਇੱਕ ਗੂੰਗੀ ਕੁੜੀ ਨਾਲ ਵਿਆਹ ਕਰਨਾ ਹੈ ਤਾਂ ਤੁਸੀਂ ਮੇਰੀ ਗੱਲ ਕਿਉਂ ਨਹੀਂ ਮੰਨਦੇ? ਹੁਣ ਮੈਂ ਹੈਰਾਨ ਰਹਿ ਗਈ ਕਿ ਇਹ ਸੱਚ ਹੈ ਕਿ ਮੇਰਾ ਦਿਓਰ ਕੀ ਕਹਿ ਰਿਹਾ ਹੈ। ਮੇਰੇ ਦਿਓਰ ਦੀ ਇੱਛਾ ਸੀ ਕਿ ਮੈਂ ਉਸ ਦਾ ਵਿਆਹ ਕਿਸੇ ਗੂੰਗੀ ਕੁੜੀ ਨਾਲ ਕਰਵਾ ਦੇਵਾਂ। ਮੈਂ ਸ਼ਨੀ ਨੂੰ ਕਿਹਾ, ਸ਼ਨੀ ਇਹ ਕੀ ਗੱਲ ਹੈ ਕਿ ਤੈਨੂੰ ਗੂੰਗੀ ਪਤਨੀ ਚਾਹੀਦੀ ਹੈ? ਉਹ ਕਹਿਣ ਲੱਗਾ, ਭਾਬੀ ਮੈਂ ਵਿਆਹ ਬਿਲਕੁਲ ਨਹੀਂ ਕਰਨਾ ਚਾਹੁੰਦਾ। ਮੈਨੂੰ ਔਰਤਾਂ ਦੀਆਂ ਜ਼ੁਬਾਨਾਂ ਬਾਰੇ ਸਭ ਪਤਾ ਹੈ। ਇੱਕ ਵਾਰ ਜਦੋਂ ਉਹ ਬੋਲਣਾ ਸ਼ੁਰੂ ਕਰ ਦਿੰਦੀਆਂ ਹਨ ਤਾਂ ਕੋਈ ਵੀ ਉਹਨਾਂ ਨੂੰ ਚੁੱਪ ਨਹੀਂ ਕਰਾ ਸਕਦਾ। ਮੈਂ ਆਪਣੀ ਜ਼ਿੰਦਗੀ ਦੀ ਸ਼ਾਂਤੀ ਨੂੰ ਬਰਬਾਦ ਨਹੀਂ ਕਰਨਾ ਚਾਹੁੰਦਾ। ਸਭ ਤੋਂ ਪਹਿਲਾਂ ਮੈਂ ਵਿਆਹ ਨਹੀਂ ਕਰਨਾ ਚਾਹੁੰਦਾ, ਫਿਰ ਵੀ ਮੈਂ ਤੁਹਾਡੀ ਖੁਸ਼ੀ ਲਈ ਵਿਆਹ ਕਰਨ ਲਈ ਤਿਆਰ ਹਾਂ, ਪਰ ਮੈਨੂੰ ਇੱਕ ਗੂੰਗੀ ਪਤਨੀ ਚਾਹੀਦੀ ਹੈ। ਮੈਂ ਇੱਕ ਅਜੀਬ ਦੁਵਿਧਾ ਵਿੱਚ ਸੀ ਕਿਉਂਕਿ ਮੈਂ ਸ਼ਨੀ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਉਹ ਸ਼ੁਰੂ ਤੋਂ ਹੀ ਬਹੁਤ ਚੰਗੇ ਅਤੇ ਸਾਦੇ ਸੁਭਾਅ ਦਾ ਮੁੰਡਾ ਸੀ। ਉਹ ਹਮੇਸ਼ਾ ਆਪਣੇ ਕਾਰੋਬਾਰ ਨੂੰ ਧਿਆਨ ਵਿੱਚ ਰੱਖਦਾ ਸੀ। ਉਸਨੇ ਕਦੇ ਵੀ ਕੋਈ ਮਜ਼ਾਕ ਨਹੀਂ ਕੀਤਾ। ਇਸੇ ਲਈ ਮੈਨੂੰ ਯਕੀਨ ਹੋ ਗਿਆ ਸੀ ਕਿ ਉਹ ਮਜ਼ਾਕ ਨਹੀਂ ਕਰ ਰਿਹਾ ਸੀ। ਉਸਨੇ ਜੋ ਵੀ ਕਿਹਾ ਉਹ ਪੱਥਰ ਤੇ ਲਕੀਰ ਸੀ। ਮੈਂ ਕਿਹਾ, ਸ਼ਨੀ ਜੇ ਤੂੰ ਕਹੇ ਤਾਂ ਮੈਂ ਤੇਰੇ ਲਈ ਘੱਟ ਬੋਲਣ ਵਾਲੀ ਕੁੜੀ ਲੱਭ ਲਵਾਂਗੀ। ਕਹਿਣ ਲੱਗਾ, ਭਾਬੀ ਗੂੰਗੀ ਕੁੜੀ ਨਾਲ ਵਿਆਹ ਕਰਨ ਵਿੱਚ ਕੀ ਹਰਜ ਆ? ਕੀ ਗੂੰਗੀ ਕੁੜੀ ਇਨਸਾਨ ਨਹੀਂ ਹੁੰਦੀ? ਮੈਂ ਕਿਹਾ, ਅਜਿਹਾ ਨਹੀਂ ਹੈ, ਪਰ ਤੈਨੂੰ ਇਹ ਪਤਾ ਹੈ ਕਿ ਜੇਕਰ ਮੈਂ ਤੇਰੇ ਨਾਲ ਲਈ ਕੋਈ ਗੂੰਗੀ ਕੁੜੀ ਲੱਭ ਲਈ ਤਾਂ ਲੋਕ ਸਾਡਾ ਦੋਵਾਂ ਦਾ ਮਜ਼ਾਕ ਉਡਾਉਣਗੇ। ਉਹ ਕਹਿਣਗੇ ਕੀ ਪਤਾ ਨਹੀਂ ਮੁੰਡੇ ਵਿੱਚ ਕੀ ਕਮੀ ਸੀ ਕਿ ਮੈਂ ਤੇਰੇ ਲਈ ਇੱਕ ਗੂੰਗੀ ਕੁੜੀ ਲੱਭ ਲਈ। ਉਹ ਬੋਲਿਆ, ਭਾਬੀ ਮੈਂ ਅੱਜ ਤੱਕ ਕਦੇ ਲੋਕਾਂ ਦੀ ਪਰਵਾਹ ਨਹੀਂ ਕੀਤੀ। ਮੈਨੂੰ ਕੋਈ ਪਰਵਾਹ ਨਹੀਂ ਕਿ ਲੋਕ ਕੀ ਕਹਿੰਦੇ ਨੇ। ਜੇ ਮੈਂ ਵਿਆਹ ਕਰਾਂਗਾ ਤਾਂ ਮੈਂ ਇੱਕ ਗੂੰਗੀ ਕੁੜੀ ਨਾਲ ਹੀ ਵਿਆਹ ਕਰਾਂਗਾ। ਹੁਣ ਮੈਂ ਸ਼ਨੀ ਦੀ ਜਿੱਦ ਦੇ ਸਾਹਮਣੇ ਹਾਰ ਮੰਨ ਲਈ ਸੀ। ਪਰ ਹੁਣ ਅਸਲ ਮੁੱਦਾ ਇਹ ਸੀ, ਮੈਂ ਇਸ ਲਈ ਗੂੰਗੀ ਕੁੜੀ ਕਿੱਥੋਂ ਲੱਭਾਂਗੀ? ਮੈਂ ਸ਼ਨੀ ਦਾ ਫੈਸਲਾ ਮੰਨ ਲਿਆ ਸੀ, ਪਰ ਹੁਣ ਮੈਨੂੰ ਚਿੰਤਾ ਸੀ ਕਿ ਮੈਂ ਕੀ ਕਰਾਂ ਤੇ ਗੂੰਗੀ ਕੁੜੀ ਕਿੱਥੋਂ ਲੱਭਾਂ। ਮੈਂ ਚਾਹੁੰਦੀ ਸੀ ਕਿ ਮੇਰੀ ਦਰਾਣੀ ਜਲਦੀ ਤੋਂ ਜਲਦੀ ਮੇਰੇ ਘਰ ਆ ਜਾਵੇ ਕਿਉਂਕਿ ਮੇਰਾ ਦਿਓਰ ਮੇਰੇ ਪੁੱਤਾਂ ਵਾਂਗ ਸੀ। ਮੈਂ ਮੇਰੇ ਸਾਹਮਣੇ ਉਸ ਦਾ ਘਰ ਵਸਾਉਣਾ ਚਾਹੁੰਦੀ ਸੀ ਕਿਉਂਕਿ ਹੁਣ ਮੈਂ ਬਿਮਾਰ ਮਹਿਸੂਸ ਕਰ ਰਹੀ ਸੀ। ਮੈਂ ਘਰ ਦਾ ਕੰਮ ਵੀ ਨਹੀਂ ਕਰ ਸਕਦੀ ਸੀ। ਸ਼ਨੀ 7 ਸਾਲ ਦਾ ਸੀ ਜਦੋਂ ਉਹਦੇ ਭਰਾ ਦੀ ਮੌਤ ਹੋ ਗਈ। ਮੈਂ ਵੀ ਜਵਾਨ ਤੇ ਸੋਹਣੀ ਸੀ। ਲੋਕਾਂ ਨੇ ਮੈਨੂੰ ਕੁਝ ਹੋਰ ਕਰਨ ਦੀ ਸਲਾਹ ਦਿੱਤੀ ਕਿ ਮੈਂ ਦੁਬਾਰਾ ਵਿਆਹ ਕਰ ਕੇ ਸੈਟਲ ਹੋ ਜਾਵਾਂ, ਪਰ ਮੈਂ ਸ਼ਨੀ ਦੇ ਕਾਰਨ ਕਦੇ ਇਹ ਕਦਮ ਨਹੀਂ ਚੁੱਕਿਆ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੇਰਾ ਬੱਚਿਆਂ ਵਰਗਾ ਦਿਓਰ ਥਾਂ-ਥਾਂ ਤੇ ਟੋਕਰਾ ਖਾਵੇ। ਪਰ ਮੈਨੂੰ ਸ਼ਨੀ ਨਾਲ ਇੰਨਾ ਪਿਆਰ ਸੀ ਕਿ ਮੈਂ ਉਸ ਲਈ ਆਪਣੀਆਂ ਖੁਸ਼ੀਆਂ ਵੀ ਕੁਰਬਾਨ ਕਰ ਦਿੱਤੀਆਂ। ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਕਦੇ ਦੁਬਾਰਾ ਵਿਆਹ ਕਰਾਂਗੀ ਅਤੇ ਮੈਂ ਉਸ ਨੂੰ ਇਸ ਭੀੜ ਭੜੱਕੇ ਵਾਲੀ ਦੁਨੀਆ ਵਿੱਚ ਇਕੱਲਿਆਂ ਹੀ
ਪਾਲਾਂਗੀ। ਮੈਂ ਆਪਣੇ ਘਰ ਦਾ ਮਾਹੌਲ ਬਹੁਤ ਦੋਸਤਾਨਾ ਰੱਖਿਆ ਸੀ। ਮੈਂ ਚਾਹੁੰਦੀ ਸੀ ਕਿ ਸ਼ਨੀ ਅਤੇ ਮੈਂ ਦੋਸਤ ਬਣ ਕੇ ਇਕੱਠੇ ਰਹੀਏ। ਸਾਨੂੰ ਇੱਕ ਦੂਜੇ ਨਾਲ ਹਰ ਗੱਲ ਸਾਂਝੀ ਕਰਨੀ ਚਾਹੀਦੀ ਹੈ। ਪਰ ਮੈਂ ਅਜਿਹਾ ਕਰਨ ਵਿੱਚ ਅਸਫਲ ਰਹੀ। ਪਤਾ ਨਹੀਂ ਕਿਉਂ ਸ਼ਨੀ ਗਵਾਚਿਆ ਰਹਿੰਦਾ ਸੀ। ਪਹਿਲਾਂ ਤਾਂ ਮੈਨੂੰ ਲੱਗਦਾ ਸੀ ਕਿ ਉਹ ਬੱਚਾ ਹੈ ਅਤੇ ਆਪਣੇ ਭਰਾ ਦੀ ਕਮੀ ਮਹਿਸੂਸ ਕਰ ਰਿਹਾ ਹੈ। ਜਦੋਂ ਉਹ ਵੱਡਾ ਹੋਵੇਗਾ ਇਹ ਸਭ ਆਪੇ ਠੀਕ ਹੋ ਜਾਵੇਗਾ। ਪਰ ਇੱਥੇ ਵੀ ਮੈਂ ਅਸਫਲ ਸਾਬਤ ਹੋਈ। ਸ਼ਨੀ ਸੁਧਰਨ ਦੀ ਬਜਾਏ ਆਪਣੇ ਆਪ ਨੂੰ ਹੋਰ ਵੀ ਗਵਾਉਣ ਲੱਗਾ। ਪਰ ਉਸ ਦੀ ਹਾਲਤ ਦੇਖ ਕੇ ਮੈਂ ਸੋਚਣ ਲੱਗੀ ਕਿ ਜੇ ਮੈਂ ਉਸ ਦਾ ਵਿਆਹ ਕਿਸੇ ਅਜਿਹੀ ਕੁੜੀ ਨਾਲ ਕਰ ਦਿਆਂ ਜੋ ਕਿ ਬਹੁਤ ਹੀ ਹਸਮੁਖ ਹੋਵੇ ਤਾਂ ਸਾਡਾ ਦੋਵੇਂ ਦਰਾਣੀ ਤੇ ਜਠਾਣੀ ਦਾ ਚੰਗਾ ਸਮਾਂ ਬਤੀਤ ਹੋਵੇਗਾ। ਪਰ ਸ਼ਨੀ ਨੇ ਮੇਰੀ ਇੱਜ਼ਤ ਵੀ ਖਰਾਬ ਕਰ ਦਿੱਤੀ ਸੀ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਮੈਂ ਸ਼ਨੀ ਦੀ ਇੱਛਾ ਦਾ ਪਾਲਣ ਕੀਤਾ। ਸਿਰ ਝੁਕਾਇਆ। ਹੁਣ ਮੈਂ ਸ਼ਨੀ ਲਈ ਗੂੰਗੀ ਕੁੜੀ ਲੱਭਣ ਲੱਗੀ। ਪਰ ਮੈਨੂੰ ਨਹੀਂ ਸੀ ਪਤਾ ਕਿ ਗੂੰਗੀ ਕੁੜੀ ਲੱਭਣੀ ਇੰਨੀ ਔਖੀ ਹੋਵੇਗੀ। ਮੈਂ ਆਲੇ ਦੁਆਲੇ ਦੇ ਕਈ ਲੋਕਾਂ ਨੂੰ ਕਿਹਾ ਕਿ ਮੈਂ ਇੱਕ ਗੂੰਗੀ ਕੁੜੀ ਨਾਲ ਆਪਣੇ ਦਿਓਰ ਦਾ ਰਿਸ਼ਤਾ ਕਰਨਾ ਚਾਹੁੰਦੀ ਹਾਂ। ਪਰ ਮੇਰੀ ਸਮੱਸਿਆ ਇਹ ਸੀ ਕਿ ਮੇਰੀ ਗੱਲ ਨੂੰ ਕੋਈ ਵੀ ਗੰਭੀਰਤਾ ਨਾਲ ਨਹੀਂ ਲੈ ਰਿਹਾ ਸੀ। ਮੈਂ ਇਹ ਗੱਲ ਕਿਸੇ ਨੂੰ ਵੀ ਦੱਸਦੀ ਕਿ ਇੱਕ ਗੂੰਗੀ ਕੁੜੀ, ਉਹ ਕਹਿਣ ਲੱਗਦਾ, ਗੂੰਗੀ ਕੁੜੀ ਨੂੰ ਛੱਡ ਕੇ ਇਹ ਤਸਵੀਰ ਦੇਖੋ, ਇਹ ਕੁੜੀ MA ਪਾਸ ਹੈ। ਹਰ ਕੋਈ ਕਹੇਗਾ ਆਪਣੇ ਦਿਓਰ ਦਾ ਵਿਆਹ ਇਸ ਕੁੜੀ ਨਾਲ ਕਰ ਦਿਓ। ਇਹ 4 ਭਰਾਵਾਂ ਦੀ ਇਕਲੌਤੀ ਭੈਣ ਹੈ, ਬਹੁਤ ਅਮੀਰ ਹੈ, ਬਹੁਤ ਦਾਜ ਲਿਆਏਗੀ। ਹੁਣ ਮੈਨੂੰ ਚਿੰਤਾ ਹੋਣ ਲੱਗੀ। ਮੇਰੇ ਵੱਸ ਵਿੱਚ ਕੁਝ ਵੀ ਨਹੀਂ ਸੀ। ਮੈਂ ਬੜੀ ਮੁਸ਼ਕਲ ਨਾਲ ਘਰ ਦਾ ਕੰਮ ਪੂਰਾ ਕੀਤਾ ਅਤੇ ਫਿਰ ਕੁਝ ਦੇਰ ਲਈ ਆਪਣੇ ਗੁਆਂਢ ਵਿੱਚ ਇੱਕ ਦੋਸਤ ਦੇ ਘਰ ਜਾ ਕੇ ਬੈਠ ਗਈ। ਕੁਝ ਹੀ ਦੇਰ ਵਿੱਚ ਇੱਕ ਭੀਖ ਮੰਗਦੀ ਔਰਤ ਉਸ ਦੇ ਦਰਵਾਜ਼ੇ ਤੇ ਆਈ। ਇਹ ਔਰਤ ਕਈ ਸਾਲਾਂ ਤੋਂ ਸਾਡੇ ਇਲਾਕੇ ਵਿੱਚ ਭੀਖ ਮੰਗਣ ਆਉਂਦੀ ਸੀ, ਇਸ ਲਈ ਉਹ ਮੇਰੇ ਘਰ ਵੀ ਆਉਂਦੀ ਸੀ ਅਤੇ ਕੁਝ ਦੇਰ ਬਾਅਦ ਉਸ ਦੇ ਘਰ ਆਈ ਅਤੇ ਖਾਣਾ ਮੰਗਣ ਲੱਗੀ। ਉਸਨੇ ਮੇਰੇ ਵੱਲ ਵੇਖਿਆ ਅਤੇ ਕਿਹਾ, ਕੀ ਹੋਇਆ ਦੀਦੀ, ਤੁਸੀਂ ਬਹੁਤ ਵੱਡੀ ਮੁਸੀਬਤ ਵਿੱਚ ਲੱਗ ਰਹੇ ਹੋ। ਵੈਸੇ ਵੀ ਮੈਨੂੰ ਕਿਸੇ ਅਜਿਹੇ ਵਿਅਕਤੀ ਦੀ ਲੋੜ ਸੀ ਜੋ ਮੇਰਾ ਦੁੱਖ ਸੁਣੇ ਅਤੇ ਸਮਝੇ। ਮੈਂ ਉਸ ਨੂੰ ਕਿਹਾ, ਮੈਂ ਤੈਨੂੰ ਕੀ ਦੱਸਾਂ, ਮੈਨੂੰ ਆਪਣੇ ਦਿਓਰ ਦੀ ਬਹੁਤ ਚਿੰਤਾ ਹੈ। ਮੈਂ ਆਪਣੇ ਦਿਓਰ ਦਾ ਵਿਆਹ ਕਰਨਾ ਚਾਹੁੰਦੀ ਹਾਂ। ਹੁਣ ਮੇਰੇ ਉੱਤੇ ਬੁਢਾਪਾ ਆਉਣਾ ਸ਼ੁਰੂ ਹੋ ਗਿਆ ਹੈ, ਇਸ ਲਈ ਮੈਂ ਕੋਈ ਕੰਮ ਨਹੀਂ ਕਰ ਸਕਦੀ ਅਤੇ ਸਾਰਾ ਦਿਨ ਘਰ ਵਿੱਚ ਇਕੱਲੇ ਰਹਿ ਕੇ ਵੀ ਮੈਂ ਬੋਰ ਹੋ ਜਾਂਦੀ ਹਾਂ। ਪਰ ਮੇਰਾ ਦਿਓਰ ਅੜੀ ਕਰੀ ਬੈਠਾ ਕਿ ਜੇ ਉਹ ਵਿਆਹ ਕਰੇਗਾ ਤਾਂ ਕਿਸੇ ਗੂੰਗੀ ਕੁੜੀ ਨਾਲ ਹੀ ਕਰੇਗਾ। ਮੈਨੂੰ ਸਮਝ ਨਹੀਂ ਆਉਂਦੀ ਕਿ ਉਹਦੇ ਲਈ ਇੱਕ ਗੂੰਗੀ ਕੁੜੀ ਕਿੱਥੋਂ ਲੱਭ ਕੇ ਲਿਆਵਾਂ। ਮੈਂ ਕਈਆਂ ਤੋਂ ਆਪਣੇ ਦਿਓਰ ਲਈ ਰਿਸ਼ਤਾ ਮੰਗਿਆ, ਉਹਨਾਂ ਨੂੰ ਵੀ ਸਮਝ ਨਹੀਂ ਆਈ ਕਿ ਮੈਂ ਕੀ ਕਹਿ ਰਹੀ ਹਾਂ। ਔਰਤ ਕਹਿਣ ਲੱਗੀ, ਭੈਣ ਜੀ, ਕੀ ਮੈਂ ਤੁਹਾਨੂੰ ਕੁਝ ਦੱਸ ਸਕਦੀ ਹਾਂ? ਮੈਂ ਕਿਹਾ, ਉਸਨੇ ਕਿਹਾ, ਭੈਣ ਜੀ, ਮੈਨੂੰ ਨਹੀਂ ਪਤਾ ਕਿ ਇਹ ਸਹੀ ਹੈ ਜਾਂ ਗਲਤ। ਮੈਂ ਤੁਹਾਡੀ ਸਮੱਸਿਆ ਨੂੰ ਦੇਖਦੇ ਹੋਏ ਇਹ ਕਹਿ ਰਹੀ ਹਾਂ। ਜੇ ਤੁਹਾਨੂੰ ਮੇਰੇ ਸ਼ਬਦ ਗਲਤ ਲੱਗੇ ਤਾਂ ਮੈਨੂੰ ਮਾਫ ਕਰ ਦਿਓ। ਮੈਂ ਕਿਹਾ, ਕੀ ਹੋਇਆ, ਤੁਸੀਂ ਸਿੱਧਾ ਦੱਸੋ, ਕੀ ਕਹਿਣਾ ਚਾਹੁੰਦੇ ਹੋ? ਉਸਨੇ ਕਿਹਾ, ਭੈਣ ਜੀ, ਮੇਰੀ ਇੱਕ ਧੀ ਹੈ ਅਤੇ ਉਹ ਗੂੰਗੀ ਵੀ ਹੈ ਅਤੇ ਛੋਟੀ ਉਮਰ ਦੀ ਵੀ ਹੈ। ਜੇ ਤੁਸੀਂ ਉਸ ਨਾਲ ਵਿਆਹ ਕਰਨਾ ਚਾਹੁੰਦੇ ਹੋ ਤਾਂ ਮੈਂ ਖੁਸ਼ੀ ਨਾਲ ਤੁਹਾਨੂੰ ਆਪਣੀ ਧੀ ਦਾ ਹੱਥ ਦਿਆਂਗੀ। ਮੈਂ ਉਸ ਔਰਤ ਦੀ ਗੱਲ ਸੁਣ ਕੇ ਡੂੰਘੀ ਸੋਚ ਵਿੱਚ ਡੁੱਬ ਗਈ। ਮੇਰੇ ਚਿਹਰੇ ਵੱਲ ਵੇਖ ਕੇ ਉਸਨੇ ਮੇਰੇ ਸਾਹਮਣੇ ਹੱਥ ਜੋੜ ਕੇ ਕਿਹਾ, ਮੈਨੂੰ ਮਾਫ ਕਰ ਦਿਓ। ਇਹ ਕਹਿ ਕੇ ਉਹ ਮੇਰੀ ਗੱਲ ਸੁਣੇ ਬਿਨਾਂ ਉੱਥੋਂ ਚਲੀ ਗਈ। ਪਰ ਮੈਂ ਸਾਰਾ ਦਿਨ ਉਸ ਭੀਖ ਮੰਗਣ ਵਾਲੀ ਔਰਤ ਬਾਰੇ ਸੋਚਦੀ ਰਹੀ। ਮੈਂ ਕੋਈ ਫੈਸਲਾ ਲੈਣ ਦੇ ਯੋਗ ਨਹੀਂ ਸੀ, ਇਸ ਲਈ ਮੈਂ ਸੋਚਿਆ ਕਿ ਮੈਂ ਪੂਰੀ ਗੱਲ ਸ਼ਨੀ ਦੇ ਸਾਹਮਣੇ ਰੱਖਾਂਗੀ। ਮੈਂ ਉਹੀ ਕਰਾਂਗੀ ਜੋ ਉਹ ਕਹੇਗਾ। ਸ਼ਾਮ ਨੂੰ ਜਦੋਂ ਸ਼ਨੀ ਕੰਮ ਤੋਂ ਵਾਪਸ ਆਇਆ ਤਾਂ ਮੈਂ ਕਿਹਾ, ਸ਼ਨੀ, ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦੀ ਹਾਂ। ਉਸਨੇ ਕਿਹਾ, ਭਾਬੀ, ਮੈਨੂੰ ਦੱਸੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਕਿਹਾ, ਤੈਨੂੰ ਇੱਕ ਗੂੰਗੀ ਕੁੜੀ ਚਾਹੀਦੀ ਹੈ, ਪਰ ਮੈਨੂੰ ਦੱਸ ਕਿ ਉਹ ਅਮੀਰ ਹੋਵੇ ਜਾਂ ਗਰੀਬ, ਪੜ੍ਹੀ ਲਿਖੀ ਹੋਵੇ ਜਾਂ ਅਨਪੜ੍ਹ। ਮੇਰੀ ਗੱਲ ਸੁਣ ਕੇ ਸ਼ਨੀ ਦੇ ਚਿਹਰੇ ਤੇ ਮੁਸਕਰਾਹਟ ਆ ਗਈ। ਉਹ ਕਹਿਣ ਲੱਗਾ, ਭਾਬੀ, ਮੈਨੂੰ ਇੱਕ ਗੂੰਗੀ ਕੁੜੀ ਚਾਹੀਦੀ ਹੈ। ਇਹ ਮੇਰੀ ਇੱਕੋ ਇੱਕ ਮੰਗ ਹੈ ਅਤੇ ਹਾਂ, ਜੇਕਰ ਉਹ ਇੱਕ ਗਰੀਬ ਪਰਿਵਾਰ ਤੋਂ ਆਉਂਦੀ ਹੈ ਤਾਂ ਮੇਰੇ ਲਈ ਇਸ ਤੋਂ ਵੱਧ ਹੋਰ ਕੁਝ ਨਹੀਂ ਹੋਵੇਗਾ। ਮੈਂ ਕਿਹਾ, ਸ਼ਨੀ, ਉਹ ਭੀਖ ਮੰਗਣ ਵਾਲੀ ਔਰਤ ਜੋ ਸਾਡੇ ਇਲਾਕੇ ਵਿੱਚ ਆਉਂਦੀ ਹੈ, ਅੱਜ ਮੈਂ ਉਸ ਨੂੰ ਕਿਹਾ ਕਿ ਮੈਂ ਆਪਣੇ ਦਿਓਰ ਲਈ ਲੜਕੀ ਲੱਭ ਰਹੀ ਹਾਂ ਤਾਂ ਉਸਨੇ ਮੈਨੂੰ ਆਪਣੀ ਕੁੜੀ ਦਾ ਵਿਆਹ ਕਰਾਉਣ ਲਈ ਕਿਹਾ। ਜਦੋਂ ਮੈਂ ਉਸ ਨੂੰ ਕੋਈ ਜਵਾਬ ਨਾ ਦਿੱਤਾ ਤਾਂ ਉਹ ਨਿਰਾਸ਼ ਹੋ ਕੇ ਵਾਪਸ ਚਲੀ ਗਈ। ਦਰਅਸਲ ਮੈਂ ਇਹ ਸੋਚ ਕੇ ਪਰੇਸ਼ਾਨ ਸੀ ਕਿ ਮੈਂ ਆਪਣੇ ਦਿਓਰ ਦਾ ਵਿਆਹ ਇੱਕ ਭਿਖਾਰੀ ਦੀ ਧੀ ਨਾਲ ਕਿਵੇਂ ਕਰਾਂ। ਪਰ ਫਿਰ ਮੈਂ ਸੋਚਿਆ ਕਿ ਮੈਂ ਤੈਨੂੰ ਇੱਕ ਵਾਰ ਪੁੱਛ ਲਵਾਂ, ਜੇਕਰ ਤੈਨੂੰ ਕੋਈ ਇਤਰਾਜ਼ ਨਹੀਂ ਤਾਂ ਮੈਂ ਉਸ ਦੀ ਧੀ ਨੂੰ ਆਪਣੀ ਦਰਾਣੀ ਬਣਾ ਲਵਾਂਗੀ। ਮੇਰੀ ਗੱਲ ਸੁਣ ਕੇ ਸ਼ਨੀ ਨੇ ਤੁਰੰਤ ਕਿਹਾ, ਭਾਬੀ, ਤੁਹਾਨੂੰ ਉਸੇ ਸਮੇਂ ਉਸ ਦੇ ਨਾਲ ਜਾਣਾ ਚਾਹੀਦਾ ਸੀ ਤੇ ਉਸ ਕੁੜੀ ਨਾਲ ਰਿਸ਼ਤਾ ਪੱਕਾ ਕਰਨਾ ਚਾਹੀਦਾ ਸੀ। ਹੁਣ ਮੈਨੂੰ ਕੁਝ ਦਿਨ ਹੋਰ ਇੰਤਜ਼ਾਰ ਕਰਨਾ ਪਏਗਾ। ਭਾਬੀ, ਜਿਵੇਂ ਹੀ ਕੱਲ ਉਹ ਆਏ ਤੁਸੀਂ ਤੁਰੰਤ ਉਸ ਦੇ ਨਾਲ ਕੁੜੀ ਨੂੰ ਦੇਖਣ ਲਈ ਚਲੇ ਜਾਇਓ। ਮੈਂ ਕਿਹਾ, ਸ਼ਨੀ, ਤੈਨੂੰ ਇਹ ਫੈਸਲਾ ਬਹੁਤ ਸੋਚ ਸਮਝ ਕੇ ਲੈਣਾ ਚਾਹੀਦਾ ਹੈ। ਬਾਅਦ ਵਿੱਚ ਮੈਨੂੰ ਸ਼ਿਕਾਇਤ ਕਰਦੇ ਰਹੋ ਕਿ ਤੁਸੀਂ ਮੇਰੇ ਲਈ ਕਿਹੋ ਜਿਹੀ ਕੁੜੀ ਪਸੰਦ ਕੀਤੀ ਆ। ਉਹ ਇੱਕ ਭਿਖਾਰੀ ਔਰਤ ਦੀ ਧੀ ਹੈ।
ਮੈਨੂੰ ਜਾਪਦਾ ਹੈ ਕਿ ਸ਼ਾਇਦ ਉਸ ਨੂੰ ਜ਼ਿਆਦਾ ਸਾਫ਼ ਸਫਾਈ ਬਾਰੇ ਵੀ ਪਤਾ ਨਹੀਂ ਹੋਵੇਗਾ। ਸ਼ਨੀ ਕਹਿਣ ਲੱਗਾ, ਜੇਕਰ ਤੁਸੀਂ ਉਸ ਨੂੰ ਆਪਣੀ ਭੈਣ ਬਣਾ ਕੇ ਰੱਖੋਗੇ ਤਾਂ ਉਹ ਸਮੇਂ ਦੇ ਨਾਲ ਸਭ ਕੁਝ ਸਿੱਖ ਲਵੇਗੀ। ਮੈਂ ਸਿਰ ਹਿਲਾਇਆ। ਸ਼ਨੀ ਉੱਠ ਕੇ ਮੂੰਹ ਧੋਣ ਚਲਾ ਗਿਆ। ਮੈਂ ਸ਼ਨੀ ਬਾਰੇ ਸੋਚਣ ਲੱਗੀ ਕਿ ਕੀ ਪਤਾ ਨਹੀਂ ਉਸ ਨੂੰ ਕੀ ਹੋ ਗਿਆ ਹੈ ਕਿ ਉਹ ਇੱਕ ਭਿਖਾਰੀ ਦੀ ਧੀ ਨਾਲ ਵਿਆਹ ਕਰਨ ਲਈ ਰਾਜੀ ਹੋ ਗਿਆ। ਫਿਰ ਸਾਰਾ ਦਿਨ ਬੀਤ ਗਿਆ ਤੇ ਅਗਲਾ ਦਿਨ ਆ ਗਿਆ। ਮੈਨੂੰ ਅਹਿਸਾਸ ਹੋਇਆ ਸੀ ਕਿ ਸ਼ਨੀ ਦੀ ਬੇਚੈਨੀ ਵੀ ਸਮੇਂ ਦੇ ਨਾਲ ਵਧ ਰਹੀ ਸੀ। ਉਸ ਨੇ ਮੈਨੂੰ ਸਿਰਫ ਇਹੀ ਕਿਹਾ ਸੀ ਕਿ ਅੱਜ ਜਦੋਂ ਉਹ ਔਰਤ ਭੀਖ ਮੰਗਣ ਆਵੇ ਤਾਂ ਤੁਸੀਂ ਉਸ ਨੂੰ ਘਰ ਰੋਕ ਕੇ ਮੈਨੂੰ ਫੋਨ ਕਰੋ। ਜਿਹੜੇ ਗਰੀਬ ਹੁੰਦੇ ਹਨ ਉਹਨਾਂ ਨੂੰ ਵਿਆਹ ਦੀ ਕੋਈ ਤਿਆਰੀ ਨਹੀਂ ਕਰਨੀ ਪੈਂਦੀ, ਇਸ ਲਈ ਅਸੀਂ ਉਸ ਨੂੰ ਆਪਣੇ ਨਾਲ ਮੰਦਰ ਲੈ ਕੇ ਜਾਵਾਂਗੇ ਅਤੇ ਮੰਦਰ ਵਿੱਚ ਵਿਆਹ ਕਰਵਾਵਾਂਗੇ। ਮੈਂ ਇਸ ਤੇ ਵੀ ਸਿਰ ਹਿਲਾਇਆ, ਪਰ ਹੁਣ ਮੈਨੂੰ ਮਹਿਸੂਸ ਹੋਇਆ ਕਿ ਕੁਝ ਗਲਤ ਹੈ। ਪਹਿਲਾਂ ਤਾਂ ਮੇਰਾ ਦਿਓਰ ਵਿਆਹ ਲਈ ਰਾਜੀ ਨਹੀਂ ਸੀ ਅਤੇ ਹੁਣ ਉਹ ਇੰਨੀ ਕਾਹਲੀ ਵਿੱਚ ਸੀ ਕਿ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਅਜੇ ਤੱਕ ਕੁੜੀ ਨੂੰ ਵੇਖਿਆ ਵੀ ਨਹੀਂ ਸੀ ਅਤੇ ਹੁਣ ਉਸਨੇ ਅਜਿਹੀ ਕਾਹਲੀ ਮਚਾ ਦਿੱਤੀ ਸੀ ਕਿ ਮੈਨੂੰ ਖੁਦ ਵੀ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ। ਫਿਰ ਮੈਂ ਸਾਰਾ ਦਿਨ ਉਸ ਔਰਤ ਦੇ ਆਉਣ ਦੀ ਉਡੀਕ ਕੀਤੀ, ਪਰ ਅੱਜ ਉਹ ਨਹੀਂ ਆਈ। ਮੈਂ ਸਾਰਾ ਦਿਨ ਉਸ ਦੀ ਉਡੀਕ ਵਿੱਚ ਬਿਤਾਇਆ। ਰਾਤ ਨੂੰ ਜਦੋਂ ਸ਼ਨੀ ਦਫ਼ਤਰ ਤੋਂ ਵਾਪਸ ਆਇਆ ਤਾਂ ਉਸਨੇ ਮੈਨੂੰ ਪੁੱਛਿਆ, ਭਾਬੀ ਤੁਸੀਂ ਲੜਕੀ ਨੂੰ ਵੇਖ ਆਏ ਹੋ ਅਤੇ ਵਿਆਹ ਪੱਕਾ ਕਰ ਦਿੱਤਾ? ਮੈਂ ਕਿਹਾ ਨਹੀਂ, ਉਹ ਔਰਤ ਅੱਜ ਨਹੀਂ ਆਈ। ਕੌਣ ਜਾਣਦਾ ਹੈ, ਸ਼ਾਇਦ ਉਸ ਦੀ ਸਿਹਤ ਵਿਗੜ ਗਈ ਹੋਵੇ। ਇਹ ਸੁਣ ਕੇ ਸ਼ਨੀ ਨੂੰ ਬਹੁਤ ਗੁੱਸਾ ਆਇਆ ਤੇ ਕਿਹਾ, ਠੀਕ ਹੈ, ਹੁਣ ਤੁਸੀਂ ਕੱਲ ਦਾ ਇੰਤਜ਼ਾਰ ਕਰੋਗੇ ਅਤੇ ਜਦੋਂ ਉਹ ਕੱਲ ਆਵੇ ਤਾਂ ਉਸ ਦੇ ਨਾਲ ਚਲੇ ਜਾਇਓ। ਇਹ ਕਹਿ ਕੇ ਸ਼ਨੀ ਸੌਂ ਗਿਆ। ਅਗਲੇ ਦਿਨ ਮੈਂ ਨਾਸ਼ਤਾ ਤਿਆਰ ਕੀਤਾ ਤੇ ਸ਼ਨੀ ਦੀ ਉਡੀਕ ਕਰ ਰਹੀ ਸੀ। ਉਹ ਦਫ਼ਤਰ ਲਈ ਸਵੇਰੇ ਜਲਦੀ ਉੱਠਦਾ ਸੀ। ਫਿਰ ਅਸੀਂ ਦੋਵੇਂ ਇਕੱਠੇ ਨਾਸ਼ਤਾ ਕਰਦੇ ਸੀ। ਮੈਂ ਲੰਮੇ ਸਮੇਂ ਤੱਕ ਸ਼ਨੀ ਦਾ ਇੰਤਜ਼ਾਰ ਕੀਤਾ। ਜਦੋਂ ਉਹ ਨਾ ਆਇਆ ਤਾਂ ਮੈਂ ਸੋਚਿਆ ਕਿ ਅੱਜ ਉਸ ਦੀਆਂ ਅੱਖਾਂ ਨਹੀਂ ਖੁੱਲ੍ਹੀਆਂ ਹੋਣਗੀਆਂ। ਇਸ ਲਈ ਸ਼ਨੀ ਦੇ ਕਮਰੇ ਵਿੱਚ ਗਈ। ਮੈਂ ਉਸ ਨੂੰ 1-2 ਵਾਰ ਬੁਲਾਇਆ ਤੇ ਉਹ ਉੱਠ ਕੇ ਬੈਠ ਗਿਆ। ਮੈਂ ਕਿਹਾ, ਸ਼ਨੀ ਜਲਦੀ ਉੱਠ, ਤੈਨੂੰ ਦਫ਼ਤਰ ਲਈ ਦੇਰ ਹੋ ਗਈ ਹੈ। ਸ਼ਨੀ ਕਹਿਣ ਲੱਗਾ, ਮੈਂ ਅੱਜ ਦਫ਼ਤਰ ਨਹੀਂ ਜਾਵਾਂਗਾ। ਉਸ ਦੀ ਗੱਲ ਸੁਣ ਕੇ ਮੈਂ ਦੰਗ ਰਹਿ ਗਈ, ਕਿਉਂਕਿ ਸ਼ਨੀ ਕਦੇ ਵੀ ਬਿਨਾਂ ਕਿਸੇ ਕਾਰਨ ਛੁੱਟੀ ਨਹੀਂ ਲੈਂਦਾ ਸੀ। ਮੈਂ ਸ਼ਨੀ ਨੂੰ ਪੁੱਛਿਆ, ਕੀ ਗੱਲ ਹੈ, ਤੂੰ ਠੀਕ ਤਾਂ ਹੈ? ਉਸ ਨੇ ਕਿਹਾ, ਹਾਂ ਮੈਂ ਬਿਲਕੁਲ ਠੀਕ ਹਾਂ, ਅੱਜ ਮੈਨੂੰ ਦਫ਼ਤਰ ਜਾਣ ਦਾ ਮਨ ਨਹੀਂ ਹੋਇਆ। ਮੈਂ ਸਿਰ ਹਿਲਾਇਆ ਤੇ ਕਮਰੇ ਤੋਂ ਵਾਪਸ ਆ ਗਈ। ਥੋੜੀ ਦੇਰ ਬਾਅਦ ਮੇਰਾ ਪਿੱਛਾ ਕਰਦੇ ਹੋਏ ਸ਼ਨੀ ਵੀ ਆ ਗਿਆ। ਉਹ ਕਹਿਣ ਲੱਗਾ, ਭਾਬੀ ਉਹ ਔਰਤ ਕਿੰਨੇ ਵਜੇ ਆਉਂਦੀ ਹੈ? ਅਜਿਹਾ ਹੋ ਸਕਦਾ ਹੈ ਕਿ ਉਹ ਸਾਡੇ ਇਲਾਕੇ ਵਿੱਚ ਭੀਖ ਮੰਗ ਕੇ ਚਲੀ ਜਾਵੇ ਅਤੇ ਸਾਨੂੰ ਕੁਝ ਪਤਾ ਵੀ ਨਾ ਲੱਗੇ। ਉਹ ਕੱਲ ਵੀ ਨਹੀਂ ਆਈ। ਹੁਣ ਮੈਨੂੰ ਸਾਰੀ ਗੱਲ ਸਮਝ ਆ ਗਈ ਸੀ। ਇਹੀ ਕਾਰਨ ਸੀ ਕਿ ਸ਼ਨੀ ਦਫ਼ਤਰ ਨਹੀਂ ਗਿਆ ਸੀ। ਮੈਂ ਸ਼ਨੀ ਨੂੰ ਕਿਹਾ ਕਿ ਜਦੋਂ ਉਸ ਨੇ ਆਉਣਾ ਹੈ ਤਾਂ ਉਹ ਆਵੇਗੀ, ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ। ਸੱਚ ਕਹਾਂ ਤਾਂ ਅੱਜ ਮੈਨੂੰ ਸ਼ਨੀ ਤੇ ਗੁੱਸਾ ਆਉਣ ਲੱਗਾ। ਉਸਨੇ ਨਾਸ਼ਤਾ ਕੀਤਾ ਅਤੇ ਚੁੱਪਚਾਪ ਘਰੋਂ ਨਿਕਲ ਗਿਆ। ਮੈਂ ਬੜੀ ਮੁਸ਼ਕਲ ਨਾਲ ਕੰਮ ਸ਼ੁਰੂ ਕੀਤਾ। ਇੱਥੇ ਦੁਪਹਿਰ ਤੋਂ ਸ਼ਾਮ ਹੋ ਗਈ ਸੀ, ਪਰ ਸ਼ਨੀ ਅਜੇ ਤੱਕ ਘਰ ਨਹੀਂ ਪਰਤਿਆ ਸੀ। ਮੈਂ ਉਸ ਬਾਰੇ ਬਹੁਤ ਚਿੰਤਿਤ ਸੀ। ਮੈਂ ਬੈਠੀ ਆਪਣੇ ਦਿਓਰ ਲਈ ਪ੍ਰਾਰਥਨਾ ਕਰ ਰਹੀ ਸੀ। ਅਚਾਨਕ ਘਰ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਸ਼ਨੀ ਦੀ ਚੀਕ ਦੀ ਆਵਾਜ਼ ਮੇਰੇ ਕੰਨਾਂ ਤੱਕ ਪਹੁੰਚੀ। ਸ਼ਨੀ ਨੇ ਕਿਹਾ, ਭਾਬੀ ਤੁਸੀਂ ਕਿੱਥੇ ਹੋ? ਦੇਖੋ ਮੈਂ ਕਿਸ ਨੂੰ ਆਪਣੇ ਨਾਲ ਲੈ ਕੇ ਆਇਆ ਹਾਂ। ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਉਸ ਗੂੰਗੀ ਬੱਚੀ ਦੀ ਮਾਂ ਸ਼ਨੀ ਦੇ ਸਾਹਮਣੇ ਖੜੀ ਸੀ। ਮੈਂ ਕਿਹਾ, ਸ਼ਨੀ ਤੁਸੀਂ ਸਵੇਰ ਤੋਂ ਕਿੱਥੇ ਗਾਇਬ ਸੀ? ਉਸ ਨੇ ਕਿਹਾ, ਮੈਂ ਸਵੇਰ ਤੋਂ ਹੀ ਗਲੀ ਵਿੱਚ ਖੜ ਕੇ ਇਸ ਦੀ ਉਡੀਕ ਕਰ ਰਿਹਾ ਸੀ, ਪਰ ਹੁਣ ਇਹ ਆ ਗਈ ਹੈ, ਇਸ ਲਈ ਮੈਂ ਇਸ ਨੂੰ ਜਲਦੀ ਘਰ ਲੈ ਆਇਆ ਹਾਂ। ਤੁਸੀਂ ਆਪਣੇ ਸਾਰੇ ਕੰਮ ਤੋਂ ਵਿਹਲੇ ਹੋ ਗਏ ਹੋ, ਭਾਵੇਂ ਤੁਸੀਂ ਨਹੀਂ ਹੋਏ। ਆਪਣੇ ਸਾਰੇ ਕੰਮ ਛੱਡ ਦਿਓ। ਹੁਣ ਅਸੀਂ ਉਹਨਾਂ ਦੇ ਘਰ ਜਾਂਦੇ ਹਾਂ। ਅੱਜ ਦਾ ਦਿਨ ਬਹੁਤ ਹੀ ਸ਼ੁਭ ਦਿਨ ਹੈ। ਵਿਆਹ ਅੱਜ ਹੀ ਹੋਵੇਗਾ। ਮੈਂ ਪੰਡਤ ਜੀ ਨਾਲ ਵੀ ਗੱਲ ਕੀਤੀ ਸੀ। ਉਹਨਾਂ ਨੇ ਕਿਹਾ ਅੱਜ ਦਾ ਦਿਨ ਬਹੁਤ ਹੀ ਸ਼ੁਭ ਦਿਨ ਹੈ। ਮੈਂ ਆਪਣੇ ਦਿਓਰ ਦੇ ਮੂੰਹ ਵੱਲ ਵੇਖਦੀ ਰਹੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ। ਸ਼ਨੀ ਨੇ ਅੱਗੇ ਆ ਕੇ ਮੇਰਾ ਹੱਥ ਫੜਿਆ। ਉਹ ਮੇਰਾ ਹੱਥ ਫੜ ਕੇ ਮੈਨੂੰ ਖਿੱਚਣ ਲੱਗਾ। ਮੈਂ ਉਸ ਨੂੰ ਇਸ਼ਾਰਾ ਕੀਤਾ ਕਿ ਉਹ ਪਹਿਲਾਂ ਮੇਰੇ ਨਾਲ ਕਮਰੇ ਵਿੱਚ ਆ ਜਾਵੇ। ਜਦੋਂ ਉਹ ਕਮਰੇ ਵਿੱਚ ਆਇਆ ਤਾਂ ਮੈਂ ਕਿਹਾ, ਸ਼ਨੀ ਪਹਿਲਾਂ ਕੁੜੀ ਨੂੰ ਵੇਖੋ, ਪਤਾ ਨਹੀਂ ਉਹ ਤੇਰੇ ਲਾਇਕ ਹੈ ਜਾਂ ਨਹੀਂ। ਜੇਕਰ ਮੈਨੂੰ ਕੁੜੀ ਪਸੰਦ ਆ ਗਈ ਤਾਂ ਅਸੀਂ ਦੋਵੇਂ ਜਾ ਕੇ ਪੰਡਤ ਜੀ ਨਾਲ ਮੁਲਾਕਾਤ ਕਰਕੇ ਵਿਆਹ ਤੈਅ ਕਰ ਲਵਾਂਗੇ। ਸ਼ਨੀ ਨੇ ਆਪਣਾ ਸਿਰ ਹਿਲਾਇਆ, ਪਰ ਜ਼ੋਰ ਨਾਲ ਨਹੀਂ। ਉਹ ਕਹਿਣ ਲੱਗਾ, ਭਾਬੀ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਮੈਂ ਤਾਂ ਇਹ ਫੈਸਲਾ ਕੀਤਾ ਹੈ ਕਿ ਜੇ ਮੈਂ ਵਿਆਹ ਕਰਾਂਗਾ ਤਾਂ ਮੈਂ ਉਸ ਦੀ ਧੀ ਨਾਲ ਹੀ ਵਿਆਹ ਕਰਾਂਗਾ ਅਤੇ ਉਹ ਵੀ ਅੱਜ ਹੀ। ਤੁਸੀਂ ਉੱਠੋ ਅਤੇ ਮੇਰੇ ਨਾਲ ਆਓ। ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਆ। ਮੈਂ ਉਸ ਵੱਲ ਵੇਖਦੀ ਰਹੀ। ਮੈਂ ਕਿਹਾ, ਕੀ ਇਹ ਤੇਰਾ ਅੰਤਿਮ ਫੈਸਲਾ ਹੈ? ਸ਼ਨੀ ਨੇ ਸਿਰ ਹਿਲਾਇਆ ਅਤੇ ਕਿਹਾ, ਹਾਂ ਇਹ ਮੇਰਾ ਅੰਤਿਮ ਫੈਸਲਾ ਅਤੇ ਸਹੀ ਫੈਸਲਾ ਹੈ ਅਤੇ ਇਸ ਦਾ ਜੋ ਵੀ ਨਤੀਜਾ ਨਿਕਲਦਾ ਮੈਂ ਝੱਲਣ ਲਈ ਤਿਆਰ ਹਾਂ। ਚਿੰਤਾ ਨਾ ਕਰ, ਮੈਂ ਤੁਹਾਨੂੰ ਕਿਸੇ ਵੀ ਚੀਜ਼ ਲਈ ਦੋਸ਼ ਨਹੀਂ ਦੇਵਾਂਗਾ। ਮੈਂ ਹੁਣ ਆਪਣੇ ਦਿਓਰ ਦੇ ਸਾਹਮਣੇ ਬੇਵੱਸ ਸੀ, ਇਸ ਲਈ ਮੈਂ ਕਮਰੇ ਤੋਂ ਬਾਹਰ ਆ ਗਈ। ਜਦੋਂ ਮੈਂ ਬਾਹਰ ਦੇਖਿਆ ਤਾਂ ਮੇਰੇ ਘਰ ਦੇ ਬਾਹਰ ਉਹ ਔਰਤ ਵੀ ਬੈਠੀ ਸੀ ਜੋ ਘਰ ਦਾ ਜਾਇਜ਼ਾ ਲੈ ਰਹੀ ਸੀ।
खैर असी उस औरत नाल कार विच बैठ गए ते चले गए। सड़क काफ़ी लंबी सी जिथे गंदगी दे ढेर लगे हुए सन। मैं अपने आप नूं कोसन लगी कि मैं शनी नाल इस रिश्ते बारे क्यों दस्सिया। सफ़र कितना लंबा है। यह सफ़र पूरा करके असी एक अजिही थां पहुँच गए सी जिथे बहुत सारियां झुग्गियां सन। रस्ते विच सानूं एक झौंपड़ी मिली। वो झुग्गी बच्चियां नाल भरी हुई सी। फिर औरत ने अपनी बेटी नूं बुलाया। वो कहण लगी, रूही तू कित्थे है, इधर आ। कुछ देर बाद वो मुटियार साडे सामने आ गई। वो कुड़ी इन्नी सोहनी सी कि उसनूं देख के लगदा सी जिवें वो कोई फरिश्ता होवे। वो कहण लगी, दीदी ये मेरी धी रूही है, गूंगी है। रूही नूं देख के मैनूं लगा जिवें झट उसनूं मैं अपनी दराणी बना के अपने नाल लै जावां। मैं उस औरत नूं कहा कि मैनूं तुहाडी धी बहुत पसंद है। फिर मैं शनी वाल इशारा करके कहा कि कुड़ी ठीक है। शनी ने भी हाँ कर दित्ती। फिर अजिहा होया कि असीं सारे नेड़े दे मंदिर गए ते उत्थे दोहां दा विआह हो गया। खुशी विच शनी ने उत्थे सारे गरीब लोकां नूं मठियाईयां वंडियां ते बड़ी सादगी नाल मैं अपने दिओर दी दुल्हन नूं घर ले आई। रूही बड़ी सोहणी कुड़ी सी पर उसदा पहरावा बहुत ही गंदा सी, जां कह लवो कि वो साडे घर आउण दे लायक ही नहीं सी। मैं शनी तो उस लई कुछ रेडीमेड कपड़े मंगवाया ते लाल रंग दा लहंगा भी मंगवाया ते फिर उसनूं चंगी तरह नहाउण ते अपने वालां विच कंघी कर लई। क्या सारी गंदगी नूं हटाउण लई 3 वार शैंपू नाल धोवो ते तुहाडे वालां विच चमक आ जावेगी। उसने अपना सिर हिला के अते नहाउण चली गई। अद्धे घंटे बाद जदों वो बाथरूम तो बाहर आई तो उसकी बिल्कुल भी पछाण नहीं आ रही सी। वो इन्नी खूबसूरत लग रही सी कि मैं उसनूं वेखदी रह गई। मैं मुस्करा के उसनूं कहा, साडे घर साफ सफाई का बहुत ध्यान रखा जाता है। तेरे पति नूं भी साफ सफाई बहुत पसंद है, इसलिए तू हमेशा साफ सुथरा रहना है। उसने फिर हाँ विच सिर हिलाया। मैं रूही नूं शहर विच शनी दे कमरे विच छड्ड दित्ता सी अते मेरे मन तो जिवें बोझ हट गया सी। मेरे दिओर दा विआह हो गया सी ते वो भी उसे दिन अते वो भी उस कुड़ी नाल जिसदी उसनूं इच्छा सी। ये गल मैनूं अंदरों बहुत हल्का महसूस कर रही सी। जे मैं मर भी जावां तां भी मैनूं बहुत ही मुश्किल नहीं होगी, क्योंकि हुण मैं अपना फर्ज निभाया है। जदों मैं अपने बिस्तरे ते लेटी तां अज दा सारा नज़ारा मेरियां अखां सामने चमक रिहा। मैं हैरान सी कि शनी ने अजिहा क्यों कीता। एक पासे वो विआह लई तैयार नहीं सी अते हुण उसने अपनी हथेली ते राई इकट्ठी कीती सी कि मैं अजिही कुड़ी नाल विआह करना चाहुंदा हां। मैनूं समझ नहीं आ रही सी कि ये मुंडा की करना चाहुंदा सी अते की कर रिहा है। खैर मैं सौण लई लेट गई। सवेरे मैं अपनी दराणी ते दिओर लई नाश्ता तैयार कीता ते उन्हां नूं उन्हां दे कमरे विच दे के आई। शनी बहुत खुश नज़र आ रिहा सी, जदों कि मेरी दराणी बहुत शर्म महसूस कर रही सी। मैं रूही दे सिर ते हत्थ रख के कहा, मैं तेरी भैण हां, तूं मैनूं अपनी वड्डी भैण समझ, मेरे तो शर्माउण की कोई लोड़ नहीं है। उसने सिर हिलाया ते मैं कमरे विचों बाहर आ गई। कुछ देर बाद शनी नाश्ता करके भांडे लै आया। मैं कहा, शनी तैनूं तेरी पत्नी किवें लगी? वो मुस्कुरा के बोलिया, भाभी रूही बिल्कुल ओहो जिही कुड़ी है जिसनूं मैं चाहुंदा सी। हुण तुसीं उस दी देखभाल करनी है। ਇਹ सुन के ਇਹ हुण तुहाडी जिम्मेवारी है। मैं कहा, हाँ क्यों नहीं, मैं उसनूं सब कुछ सिखावांगी। शनी दीयां गल्लां सुन के मैनूं राहत महसूस होई। मेरा दिओर खुश सी। सोचो कि मैनूं दुनिया दीयां सारियां खुशियां मिल गईयां हन। जिवें ही शनी घरों निकलिया, रूही मेरे कोल आ गई। वो मेरे हत्थों भांडे लैके इशारा करन लगी कि तुसीं इन्हां भांडिਆਂ नूं छड्ड दिओ, मैं इन्हां नूं धो लवांगी। मैं कहा, नहीं हुण मैं तैनूं अपने घर पूरी तरह आराम करवावांगी, फिर मैं तेरे तो कुछ मिठा बनवावांगी। उस तो बाद तू काम करदी रही। मैनू दस जे तैनू कोई मिठा बनाउणा आउंदा है। तेरे पति नू खीर बहुत पसंद है। उसने उदासी नाल नां विच सिर हिलाया अते मैं कहा, कोई गल नहीं, चिंता ना कर, मैं तैनू सब कुछ सिखावांगी। दिन इवें ही बीत गया, पर जदों रात आई तां मेरे दिओर ने कहा, अज मैं ते रूही छत ते सोवांगे। कल भी मैनू पूरी रात कमरे विच बहुत गर्मी महसूस हुई। मैं शनी दीयां गल्लां सुण के हैरान रह गई, क्योंकि मौसम ठीक सी, इन्ना गर्म नहीं सी। हुण मैं भी कमरे विच सौण लगी सी। रात नूं उठण तो बाद मैं अपने कमरे का पक्खा बंद कर दिंदी सी, क्योंकि मैनूं बहुत ठंड लगदी सी। खैर मैं इस बारे शनी नाल गल नहीं कीती। मैं सोचा कि शायद पति पत्नी इकल्ले रहना चाहुंदे हन, इसलिए छत ते जाण दा बहाना बना रहे हन। जदों दोवें पति पत्नी छत ते गए तां मैं अपने कमरे विच आ गई। रूही सवेरे हेठ आई तां बहुत थकी हुई नज़र आ रही सी। कल इस समय वो काफ़ी चुस्त नज़र आ रही सी। मैं रूही दा हत्थ फड़ के कहा, की गल है, तू मैनूं थोड़ा अजीब लग रही आ।
ਰਾਤ ਨੂੰ ਛੱਤ ਤੇ ਠੰਡ ਮਹਿਸੂਸ ਹੋ ਰਹੀ ਸੀ। ਰੂਹੀ ਮੈਨੂੰ ਇਸ਼ਾਰਿਆਂ ਨਾਲ ਕੁਝ ਕਹਿਣ ਲੱਗੀ ਤਾਂ ਸ਼ਨੀ ਨੇ ਉਸ ਨੂੰ ਹਿਲਾ ਕੇ ਕਿਹਾ, ਤੂੰ ਸਵੇਰੇ ਉੱਠ ਕੇ ਕੀ ਗੱਲਾਂ ਕਰ ਰਹੀ ਆਂ? ਚੱਲ ਆਪਣੇ ਕਮਰੇ ਵਿੱਚ ਜਾ ਕੇ ਹੱਥ ਮੂੰਹ ਧੋ ਕੇ ਬਾਹਰ ਆ ਜਾਵੀਂ। ਉਹ ਝੱਟ ਹੱਥ ਛੱਡ ਕੇ ਕਮਰੇ ਵਿੱਚ ਚਲੀ ਗਈ। ਮੈਨੂੰ ਸ਼ਨੀ ਦਾ ਇਹ ਅੰਦਾਜ਼ ਪਸੰਦ ਨਹੀਂ ਆਇਆ, ਪਰ ਮੈਂ ਸਿਰ ਝੁਕਾ ਕੇ ਨਾਸ਼ਤਾ ਤਿਆਰ ਕਰਨ ਲੱਗੀ। ਨਾਸ਼ਤਾ ਕਰਨ ਤੋਂ ਬਾਅਦ ਜਦੋਂ ਮੈਂ ਸ਼ਨੀ ਦੇ ਕਮਰੇ ਦੇ ਨੇੜੇ ਪਹੁੰਚੀ ਤਾਂ ਮੈਨੂੰ ਸ਼ਨੀ ਦੀ ਆਵਾਜ਼ ਸੁਣਾਈ ਦਿੱਤੀ। ਉਹ ਗੁੱਸੇ ਨਾਲ ਬੋਲ ਰਿਹਾ ਸੀ। ਉਸਨੇ ਕਿਹਾ, ਰੂਹੀ, ਇੱਕ ਗੱਲ ਤੈਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਪਤੀ ਪਤਨੀ ਵਿੱਚ ਜੋ ਕੁਝ ਹੈ ਉਹ ਸਾਡੇ ਵਿਚਕਾਰ ਹੀ ਰਹਿਣਾ ਚਾਹੀਦਾ ਹੈ। ਮੈਂ ਤੈਨੂੰ ਸਾਡੀਆਂ ਨਿੱਜੀ ਗੱਲਾਂ ਨੂੰ ਭਾਬੀ ਜਾਂ ਤੇਰੀ ਮਾਂ ਨਾਲ ਸਾਂਝਾ ਕਰਨ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਦਿੰਦਾ। ਇਹ ਨਾ ਸੋਚ ਕੇ ਜੇ ਮੈਂ ਘਰੋਂ ਬਾਹਰ ਜਾਵਾਂਗਾ ਤਾਂ ਮੈਨੂੰ ਕੁਝ ਪਤਾ ਨਹੀਂ ਲੱਗੇਗਾ। ਤੁਸੀਂ ਮੇਰੀ ਭਾਬੀ ਨੂੰ ਕੀ ਕਿਹਾ ਹੈ? ਜੇਕਰ ਮੈਨੂੰ ਅਜਿਹਾ ਕੁਝ ਪਤਾ ਲੱਗਾ ਤਾਂ ਮੈਂ ਤੈਨੂੰ ਤਲਾਕ ਦੇ ਦਿਆਂਗਾ। ਮੈਂ ਸ਼ਨੀ ਦੀਆਂ ਗੱਲਾਂ ਸੁਣ ਕੇ ਦੰਗ ਰਹਿ ਗਈ। ਕੁਝ ਦੇਰ ਬਾਅਦ ਮੈਂ ਖੰਘਦੀ ਹੋਈ ਕਮਰੇ ਵਿੱਚ ਦਾਖਲ ਹੋਈ। ਸ਼ਨੀ ਮੇਰੇ ਸਾਹਮਣੇ ਬਿਲਕੁਲ ਚੁੱਪ ਹੋ ਗਿਆ ਸੀ ਅਤੇ ਰੂਹੀ ਨਾਲ ਖੁਸ਼ੀ ਨਾਲ ਗੱਲਾਂ ਵੀ ਕਰ ਰਿਹਾ ਸੀ। ਉਸ ਨੂੰ ਨਾਸ਼ਤਾ ਦੇਣ ਤੋਂ ਬਾਅਦ ਮੈਂ ਬਾਹਰ ਆਈ ਅਤੇ ਸੋਚਣ ਲੱਗੀ ਕਿ ਸ਼ਨੀ ਦੇ ਪਾਲਣ ਪੋਸ਼ਣ ਵਿੱਚ ਮੇਰੇ ਤੋਂ ਕੀ ਕਮੀ ਰਹਿ ਗਈ ਸੀ। ਕੁਝ ਦਿਨ ਹੀ ਹੋਏ ਸਨ। ਰੂਹੀ ਨੇ ਮੇਰੇ ਤੇ ਜ਼ੋਰ ਦਿੱਤਾ ਕਿ ਉਹ ਹੁਣ ਘਰੇਲੂ ਕੰਮ ਕਰਨਾ ਚਾਹੁੰਦੀ ਹੈ ਤੇ ਇਸ ਲਈ ਉਹ ਖੀਰ ਬਣਾਉਣਾ ਸਿੱਖਣਾ ਚਾਹੁੰਦੀ ਹੈ। ਇਸ ਵਾਰ ਮੈਂ ਬਹੁਤੀ ਨਾ ਨਹੀਂ ਕੀਤੀ। ਉਸ ਨੂੰ ਆਪਣੇ ਨਾਲ ਰਸੋਈ ਵਿੱਚ ਲੈ ਗਈ। ਅਸੀਂ ਦੋਵੇਂ ਇਕੱਠੀਆਂ ਕੰਮ ਕਰਦੀਆਂ ਸੀ। ਫਿਰ ਮੈਂ ਆਪਣੀ ਦਰਾਣੀ ਦੇ ਚਿਹਰੇ ਵੱਲ ਬੜੇ ਧਿਆਨ ਨਾਲ ਵੇਖਿਆ। ਉਸਦਾ ਚਿਹਰਾ ਸੁੱਕਿਆ ਨਜ਼ਰ ਆ ਰਿਹਾ ਸੀ। ਅੱਖਾਂ ਦੇ ਹੇਠਾਂ ਕਾਲੇ ਘੇਰੇ ਵੀ ਸਨ ਜੋ ਰਾਤ ਨੂੰ ਜਾਗਦੇ ਰਹਿਣ ਦਾ ਕਾਰਨ ਹੋ ਸਕਦੇ ਹਨ। ਉਹਦਾ ਚਿਹਰਾ ਚਿੱਟਾ ਹੋ ਗਿਆ ਸੀ। ਮੇਰੇ ਘਰ ਸਭ ਕੁਝ ਸੀ, ਖਾਣ ਪੀਣ ਦੀ ਕੋਈ ਕਮੀ ਨਹੀਂ ਸੀ, ਪਰ ਰੂਹੀ ਮੇਰੇ ਘਰ ਆ ਕੇ ਬਹੁਤ ਕਮਜ਼ੋਰ ਹੋ ਗਈ ਸੀ। ਉਸ ਦੀ ਸਿਹਤ ਉਸ ਦੀਆਂ ਝੁੱਗੀਆਂ ਵਿੱਚ ਇਸ ਨਾਲੋਂ ਬਿਹਤਰ ਸੀ। ਉੱਥੇ ਜਿੱਥੇ ਉਹਦੀ ਮਾਂ ਮੰਗ ਕੇ ਲਿਆਉਂਦੀ ਸੀ, ਪਰ ਉਹ ਆਪਣੇ ਬੱਚਿਆਂ ਨੂੰ ਪਾਲਦੀ ਸੀ। ਅੱਜ ਸ਼ਨੀ ਵੀ ਦਫ਼ਤਰ ਗਿਆ ਹੋਇਆ ਸੀ। ਇਸੇ ਲਈ ਮੈਂ ਰੂਹੀ ਨੂੰ ਪੁੱਛਣ ਦਾ ਸੋਚਿਆ ਕਿ ਜੇ ਉਸ ਨੂੰ ਇਸ ਘਰ ਵਿੱਚ ਕਿਸੇ ਚੀਜ਼ ਦੀ ਘਾਟ ਹੈ ਤਾਂ ਉਹ ਚਿੰਤਾ ਕਿਉਂ ਕਰਦੀ ਹੈ। ਮੈਂ ਕਿਹਾ, ਰੂਹੀ, ਤੂੰ ਪੇਟ ਭਰ ਕੇ ਖਾਣਾ ਨਹੀਂ ਖਾਂਦੀ? ਕੀ ਤੈਨੂੰ ਮੇਰੇ ਹੱਥ ਦਾ ਖਾਣਾ ਚੰਗਾ ਨਹੀਂ ਲੱਗਦਾ? ਉਸਨੇ ਝੱਟ ਆਪਣਾ ਨਾਂ ਵੀ ਸਿਰ ਹਿਲਾਇਆ ਤੇ ਇਸ਼ਾਰਿਆਂ ਨਾਲ ਮੈਨੂੰ ਕਿਹਾ ਕਿ ਮੈਂ ਖੁਸ਼ ਹੋ ਕੇ ਖਾਂਦੀ ਹਾਂ। ਤੁਸੀਂ ਸਵਾਦੀ ਪਕਵਾਨ ਬਣਾਉਂਦੇ ਹੋ। ਮੈਂ ਕਿਹਾ, ਫਿਰ ਤੂੰ ਇੰਨੀ ਕਮਜ਼ੋਰ ਕਿਉਂ ਹੋ ਰਹੀ ਆ? ਜਦੋਂ ਤੇਰੀ ਮਾਂ ਮੈਨੂੰ ਪੁੱਛੇਗੀ ਕਿ ਮੇਰੀ ਧੀ ਇੰਨੀ ਕਮਜ਼ੋਰ ਕਿਉਂ ਹੋ ਗਈ, ਮੈਂ ਕੀ ਜਵਾਬ ਦੇਵਾਂਗੀ? ਰੂਹੀ ਦੀਆਂ ਅੱਖਾਂ ਵਿੱਚ ਅਚਾਨਕ ਹੰਝੂ ਆ ਗਏ। ਉਹ ਇਸ਼ਾਰਿਆਂ ਰਾਹੀਂ ਮੈਨੂੰ ਕੁਝ ਦੱਸਣਾ ਚਾਹੁੰਦੀ ਸੀ, ਪਰ ਮੇਰਾ ਦਿਓਰ ਉਸ ਨੂੰ ਝਿੜਕਦਾ ਸੀ। ਹੁਣ ਮੈਨੂੰ ਆਪਣੀ ਦਰਾਣੀ ਦੀ ਹਾਲਤ ਦੇਖ ਕੇ ਸ਼ੱਕ ਹੋਣ ਲੱਗਾ। ਦਿਨੋਂ ਦਿਨ ਬੱਤਰ ਹੁੰਦੀ ਜਾ ਰਹੀ ਸੀ। ਮੈਨੂੰ ਪਤਾ ਸੀ ਕਿ ਉਹਨਾਂ ਵਿਚਕਾਰ ਕੁਝ ਗਲਤ ਸੀ। ਮੈਂ ਵੀ ਫੈਸਲਾ ਕਰ ਲਿਆ ਸੀ ਕਿ ਅੱਜ ਮੈਂ ਇਹ ਰਾਤ ਜਾਣ ਕੇ ਰਹਾਂਗੀ। ਫਿਰ ਜਦੋਂ ਰਾਤ ਆਈ ਤਾਂ ਸ਼ਨੀ ਅਤੇ ਰੂਹੀ ਛੱਤ ਤੇ ਸੌਂ ਗਏ। ਜਦੋਂ ਕਿ ਡੂੰਘੀ ਸੋਚ ਵਿੱਚ ਬੈਠੀ ਸੀ ਕਿ ਹੁਣ ਮੈਂ ਕੀ ਆਖਰਕਾਰ ਮੈਂ ਇਹ ਫੈਸਲਾ ਲਿਆ ਕਿ ਮੈਨੂੰ ਛੱਤ ਤੇ ਜਾ ਕੇ ਆਪਣੀਆਂ ਅੱਖਾਂ ਨਾਲ ਵੇਖਣਾ ਚਾਹੀਦਾ ਹੈ ਕਿ ਮਾਮਲਾ ਕੀ ਹੈ। ਗੋਡਿਆਂ ਦਾ ਮਰੀਜ਼ ਹੋਣ ਕਰਕੇ ਮੈਂ ਬੜੀ ਮੁਸ਼ਕਲ ਨਾਲ ਪੌੜੀਆਂ ਚੜ੍ਹਨ ਲੱਗੀ। ਜਦੋਂ ਮੈਂ ਇੱਕ ਕਦਮ ਚੁੱਕ ਕੇ ਛੱਤ ਤੇ ਪਹੁੰਚੀ ਤਾਂ ਸਾਹਮਣੇ ਵਾਲਾ ਨਜ਼ਾਰਾ ਵੇਖ ਕੇ ਮੈਂ ਦੰਗ ਰਹਿ ਗਈ। ਮੈਂ ਦੇਖਿਆ ਕਿ ਇੱਕ ਵੱਡਾ ਗੋਲ ਚੱਕਰ ਸੀ ਜਿਸ ਦੇ ਦੁਆਲੇ ਅੱਗ ਬਾਲ ਰਹੀ ਸੀ। ਰੂਹੀ ਉਸ ਵਿੱਚ ਚੱਕਰ ਦੇ ਅੰਦਰ ਬੈਠੀ ਸੀ। ਰੂਹੀ ਬਹੁਤ ਡਰੀ ਹੋਈ ਸੀ, ਜਦ ਕਿ ਸ਼ਨੀ ਚੱਕਰ ਦੇ ਬਾਹਰ ਖੜਾ ਕੁਝ ਪੜ੍ਹ ਰਿਹਾ ਸੀ। ਇਹ ਇੱਕ ਅਜੀਬ ਭਾਸ਼ਾ ਸੀ ਜੋ ਮੈਂ ਪਹਿਲਾਂ ਕਦੇ ਨਹੀਂ ਸੁਣੀ। ਜਦੋਂ ਮੈਂ ਹੋਰ ਅੱਗੇ ਵਧੀ ਤਾਂ ਦੇਖਿਆ ਕਿ ਰੂਹੀ ਨੂੰ ਸਾਹ ਲੈਣ ਵਿੱਚ ਬਹੁਤ ਤਕਲੀਫ ਹੋ ਰਹੀ ਸੀ। ਇੰਜ ਲੱਗ ਰਿਹਾ ਸੀ ਜਿਵੇਂ ਉਹ ਆਪਣੇ ਆਖਰੀ ਸਾਹ ਲੈ ਰਹੀ ਹੋਵੇ ਅਤੇ ਮੈਂ ਰੂਹੀ ਨੂੰ ਇਸ ਹਾਲਤ ਤੋਂ ਬਚਾਉਣ ਦੀ ਕੋਸ਼ਿਸ਼ ਕਰਨ ਲੱਗੀ। ਥੋੜੀ ਦੇਰ ਬਾਅਦ ਸ਼ਨੀ ਨੇ ਮੇਰੇ ਵੱਲ ਵੇਖਿਆ। ਅਚਾਨਕ ਚੀਕਿਆ, ਕਹਿਣ ਲੱਗਾ, ਭਾਬੀ, ਪਿੱਛੇ ਹਟ ਜਾ। ਰੂਹੀ ਦੇ ਨੇੜੇ ਨਾ ਆ ਜਾਵੀਂ। ਇਸ ਦੇ ਨੇੜੇ ਵੀ ਆਉਣ ਦੀ ਕੋਸ਼ਿਸ਼ ਨਾ ਕਰ, ਨਹੀਂ ਤਾਂ ਮੇਰੀ ਇੰਨੀਆਂ ਰਾਤਾਂ ਦੀ ਮਿਹਨਤ ਬਰਬਾਦ ਹੋ ਜਾਵੇਗੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕਿਸ ਮਿਹਨਤ ਦੀ ਗੱਲ ਕਰ ਰਿਹਾ ਸੀ। ਮੈਂ ਸ਼ਨੀ ਨੂੰ ਕਿਹਾ, ਸ਼ਨੀ, ਰੂਹੀ ਮਰ ਜਾਵੇਗੀ। ਸ਼ਨੀ ਕਹਿਣ ਲੱਗਾ, ਭਾਬੀ, ਜੇ ਰੂਹੀ ਬਚ ਗਈ ਤਾਂ ਮੈਂ ਮਰ ਜਾਵਾਂਗਾ। ਇਹ ਸੁਣ ਕੇ ਮੇਰਾ ਦਿਲ ਕੰਬ ਉੱਠਿਆ। ਸ਼ਨੀ ਨੇ ਕਿਹਾ, ਮੈਂ ਆਪਣੀ ਪੂਰੀ ਜਵਾਨੀ ਕਾਲੇ ਜਾਦੂ ਦੀਆਂ ਕਿਤਾਬਾਂ ਪੜ੍ਹਦਿਆਂ ਬਿਤਾਈ ਹੈ। ਭਾਬੀ, ਹੁਣ ਤੁਸੀਂ ਦੇਖੋ ਕਿ ਮੈਂ ਹੋਰ ਵੀ ਤਾਕਤਵਰ ਹੋ ਜਾਵਾਂਗਾ। ਮੈਂ ਕੁਝ ਅਜਿਹਾ ਕਰਨਾ ਚਾਹੁੰਦਾ ਹਾਂ ਤਾਂ ਜੋ ਮੈਂ ਸਾਰੇ ਲੋਕਾਂ ਤੇ ਕਾਬੂ ਪਾ ਸਕਾਂ। ਦੇਖੋ, ਮੈਂ ਸਫਲਤਾ ਦੀ ਦਹਲੀਜ਼ ਤੇ ਪਹੁੰਚ ਗਿਆ ਹਾਂ। ਮੇਰਾ ਕੰਮ ਖਰਾਬ ਨਾ ਕਰੋ। ਇਸੇ ਲਈ ਮੈਂ ਇੱਕ ਗੂੰਗੀ ਕੁੜੀ ਨਾਲ ਵਿਆਹ ਕਰਵਾ ਲਿਆ ਤਾਂ ਜੋ ਤੁਹਾਨੂੰ ਕੁਝ ਨਾ ਦੱਸ ਸਕੇ ਕਿ ਮੈਂ ਕੀ ਕਰ ਰਿਹਾ ਹਾਂ। ਪਰ ਪਤਾ ਨਹੀਂ ਤੁਹਾਨੂੰ ਕਿਵੇਂ ਪਤਾ ਲੱਗਾ ਤੇ ਤੁਸੀਂ ਇੱਥੇ ਪਹੁੰਚ ਗਏ। ਮੈਂ ਘਬਰਾਹਟ ਵਿੱਚ ਸ਼ਨੀ ਦੇ ਸਾਹਮਣੇ ਖੜੀ ਹੋ ਗਈ ਤੇ ਖੜੀ ਹੋ ਕੇ ਸ਼ਨੀ ਨੂੰ ਸੁਣ ਰਹੀ ਸੀ। ਰੂਹੀ ਮੇਰੇ ਸਾਹਮਣੇ ਆਖਰੀ ਸਾਹ ਲੈ
ਗਈ ਸੀ। ਮੈਂ ਬਹੁਤ ਡਰੀ ਹੋਈ ਸੀ। ਮੈਂ ਸ਼ਨੀ ਨੂੰ ਹਲਕੀ ਜਿਹੀ ਆਵਾਜ਼ ਵਿੱਚ ਕਿਹਾ ਕਿ ਰੂਹੀ ਮਰ ਜਾਵੇਗੀ। ਤਾਂ ਉਹ ਬੋਲਿਆ, ਭਾਬੀ ਤੈਨੂੰ ਆਪਣੇ ਦਿਓਰ ਦੀ ਚਿੰਤਾ ਹੈ ਜਾਂ ਇਸ ਗੂੰਗੀ ਕੁੜੀ ਦੀ? ਜੇ ਰੂਹੀ ਮਰ ਗਈ ਤਾਂ ਤੇਰਾ ਦਿਓਰ ਹੋਰ ਵੀ ਤਾਕਤਵਰ ਹੋ ਜਾਵੇਗਾ, ਪਰ ਜੇ ਤੂੰ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਮਰ ਜਾਵਾਂਗਾ। ਉਹ ਤਾਕਤ ਜੋ ਮੈਂ ਇੰਨੇ ਸਾਲਾਂ ਵਿੱਚ ਇਕੱਠੀ ਕੀਤੀ ਉਹ ਮੈਨੂੰ ਅੰਦਰੋਂ ਤਬਾਹ ਕਰ ਦੇਵੇਗੀ। ਮੈਨੂੰ ਹੁਣ ਸਭ ਕੁਝ ਸਮਝ ਆ ਗਿਆ ਸੀ। ਮੈਂ ਰੂਹੀ ਅਤੇ ਸ਼ਨੀ ਵਿੱਚੋਂ ਇੱਕ ਨੂੰ ਚੁਣਨਾ ਸੀ। ਇਹ ਸਮਾਂ ਮੇਰੇ ਲਈ ਬਹੁਤ ਔਖਾ ਸਮਾਂ ਸੀ। ਜੇਕਰ ਮੈਂ ਰੂਹੀ ਨੂੰ ਨਾ ਬਚਾਇਆ ਤਾਂ ਉਹ ਮਰ ਜਾਵੇਗੀ। ਉਹ ਬੇਕਸੂਰ ਸੀ। ਇਹ ਸਭ ਵਿੱਚ ਉਸ ਦਾ ਕੋਈ ਕਸੂਰ ਨਹੀਂ ਸੀ। ਹੁਣ ਮੈਂ ਫੈਸਲਾ ਕਰਨਾ ਸੀ ਕਿ ਕੀ ਸਹੀ ਸੀ। ਇਸ ਸਮੇਂ ਮੇਰੇ ਵਿੱਚ ਇੰਨੀ ਹਿੰਮਤ ਕਿਵੇਂ ਹੋਈ ਕਿ ਮੈਂ ਸ਼ਨੀ ਦੀ ਗੱਲ ਨਹੀਂ ਸੁਣੀ ਅਤੇ ਉਸ ਚੱਕਰ ਵੱਲ ਭੱਜੀ ਅਤੇ ਜਲਦੀ ਹੀ ਉਸ ਰੂਹੀ ਨੂੰ ਇਸ ਚੱਕਰ ਤੋਂ ਬਾਹਰ ਕੱਢ ਲਿਆ ਸੀ। ਰੂਹੀ ਬਹੁਤ ਦਰਦ ਨਾਲ ਜ਼ਮੀਨ ਤੇ ਪਈ ਸੀ, ਜਦ ਕਿ ਸ਼ਨੀ ਨੇ ਉਸ ਦੀ ਗਰਦਨ ਨੂੰ ਆਪਣੇ ਹੱਥਾਂ ਨਾਲ ਬਹੁਤ ਕੱਸ ਕੇ ਫੜਿਆ ਹੋਇਆ ਸੀ। ਕੋਈ ਤਾਂ ਸੀ ਜੋ ਉਸ ਨਾਲ ਬਹੁਤ ਗਲਤ ਕੰਮ ਕਰ ਰਿਹਾ ਸੀ। ਸ਼ਨੀ ਲਈ ਕੁਝ ਕਰਨ ਤੋਂ ਪਹਿਲਾਂ ਮੈਂ ਰੂਹੀ ਦਾ ਖਿਆਲ ਰੱਖਿਆ। ਸ਼ਨੀ ਦੀ ਮੌਤ ਹੋ ਗਈ ਅਤੇ ਜ਼ਮੀਨ ਤੇ ਡਿੱਗ ਗਿਆ। ਇੱਕ ਪਲ ਵਿੱਚ ਉਸ ਉੱਤੇ ਕੀ ਕਿਆਮਤ ਆ ਗਈ ਸੀ। ਮੇਰੀਆਂ ਅੱਖਾਂ ਅੱਗੇ ਮੇਰਾ ਪੁੱਤਾਂ ਵਰਗਾ ਦਿਓਰ ਜੋ ਹੁਣ ਮਰ ਚੁੱਕਾ ਸੀ। ਰੂਹੀ ਬਚ ਗਈ ਸੀ। ਮੈਂ ਫੁੱਟ-ਫੁੱਟ ਕੇ ਰੋਣ ਲੱਗੀ। ਮੈਂ ਮੌਕੇ ਤੋਂ ਸਾਰੇ ਸਬੂਤ ਨਸ਼ਟ ਕਰ ਦਿੱਤੇ ਸਨ। ਮੈਂ ਆਪਣੇ ਦਿਓਰ ਨੂੰ ਬੇਇੱਜ਼ਤੀ ਨਾਲ ਇਸ ਦੁਨੀਆ ਤੋਂ ਵਿਦਾ ਨਹੀਂ ਕਰਨਾ ਚਾਹੁੰਦੀ ਸੀ। ਮੈਂ ਸਾਰਿਆਂ ਨੂੰ ਦੱਸਿਆ ਕਿ ਮੇਰੇ ਦਿਓਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਸ ਦੀ ਮੌਤ ਤੋਂ ਲੋਕ ਬਹੁਤ ਦੁਖੀ ਸਨ। ਮੈਂ ਆਪਣੇ ਦਿਓਰ ਦੀ ਆਤਮਾ ਨੂੰ ਸ਼ਾਂਤੀ ਦੇਣ ਲਈ ਘਰ ਵਿੱਚ ਹਵਨ ਵੀ ਕਰਵਾਇਆ। ਰੂਹੀ ਦਿਨ ਰਾਤ ਰੋਂਦੀ ਰਹਿੰਦੀ ਸੀ ਅਤੇ ਸ਼ਨੀ ਦੀ ਆਤਮਾ ਨੂੰ ਸ਼ਾਂਤੀ ਮਿਲਣ ਲਈ ਅਰਦਾਸ ਕਰਦੀ ਸੀ। ਮੈਂ ਰੂਹੀ ਨੂੰ ਇਜਾਜ਼ਤ ਦੇ ਦਿੱਤੀ ਸੀ ਕਿ ਉਹ ਆਪਣੀ ਜ਼ਿੰਦਗੀ ਜਿਵੇਂ ਚਾਹੇ ਜੀ ਸਕਦੀ ਹੈ। ਮੈਂ ਰੂਹੀ ਨੂੰ ਕਿਹਾ ਕਿ ਜੇਕਰ ਉਸ ਨੂੰ ਕੋਈ ਚੰਗਾ ਮੇਲ ਮਿਲਦਾ ਹੈ ਤਾਂ ਉਹ ਵਿਆਹ ਕਰਵਾ ਸਕਦੀ ਹੈ, ਪਰ ਫਿਲਹਾਲ ਉਹ ਮੇਰੇ ਕੋਲ ਹੀ ਰਹਿਣਾ ਚਾਹੁੰਦੀ ਸੀ। ਮੈਂ ਹਰ ਪਲ ਇਹ ਸੋਚ ਕੇ ਉਦਾਸ ਰਹਿੰਦੀ ਸੀ ਕਿ ਪਤਾ ਨਹੀਂ ਮੇਰਾ ਦਿਓਰ ਨੂੰ ਉੱਪਰ ਜਾ ਕੇ ਮਾਫੀ ਮਿਲੇਗੀ ਜਾਂ ਨਹੀਂ। ਹੁਣ ਮੈਂ ਅਤੇ ਰੂਹੀ ਇੱਕੋ ਘਰ ਵਿੱਚ ਇਕੱਠੇ ਰਹਿੰਦੇ ਹਾਂ। ਰੂਹੀ ਮੇਰਾ ਬਹੁਤ ਖਿਆਲ ਰੱਖਦੀ ਹੈ, ਪਰ ਮੇਰੇ ਦਿਓਰ ਦੀਆਂ ਯਾਦਾਂ ਅਜੇ ਵੀ ਮੈਨੂੰ ਸਤਾਉਂਦੀਆਂ ਹਨ।